परम सत्कारयोग सतगुरां दी साजी और नवाजी हुई साध संगत जीओ, आप माई पाई काफ़ी समय तो चबरां तख्तां दे मालिक गुरता गद्दी ते विराजमान प्रतख सतगुरु सारे संसार दे संझे रहबर धन धन साहिब श्री गुरु ग्रंथ साहिब महाराज जियां दे पावन पवित्र चरनां दे विच बैठ करके रब्बी गुरबाणी दे जाप सरवण करदे आ रहे हो। आओ धन श्री गुरु ग्रंथ साहिब महाराज जियां दे गुर इतिहास दीआं विचारां सरवण करदे आ रहे सी। पहाड़ी राजियां ने गुरु जी उत्ते पिछों दी हमला कर देना। गुरु जी ने आनंदपुर तो चल के कीरतपुर तो अगे आन डेरा लाया। सतगुरु जी ने ਤਾਂ ਇੱਥੇ ਆਪਣੇ ਪਿੱਛੇ ਆ ਰਹੇ ਸਿੰਘਾਂ ਨੂੰ ਇਕੱਠੇ ਕਰਕੇ ਅੱਗੇ ਜਾਣ ਲਈ ਟਿਕਾਊ ਕੀਤਾ ਸੀ, ਪਰ ਪਹਾੜੀਆਂ ਨੇ ਗੁਰੂ ਜੀ ਉੱਤੇ ਹਮਲਾ ਕਰਨ ਵਾਸਤੇ ਇੱਕ ਚੰਗਾ ਸਮਾਂ ਸਮਝਿਆ। ਸਾਰੇ ਰਾਜਿਆਂ ਨੇ ਇਕੱਠੇ ਹੋ ਕੇ ਮਤਾ ਪਕਾਇਆ कि इस वेले गुरु जी एक मैदान विच डेरा लाई बैठे हैं। ना उन्हां कोल कोई किला है, ना कोई रुकावट वास्ते समान है। इस करके जे हुण हल्ला करके उन्हां उत्ते पै जाइए तां सहजे ही गुरु नूं मार लवांगे। गुरु जी क्योंकि आनंदपुर त्याग करके इत्थे निर्मोह होके बैठे सन, इस वास्ते आप जी ने इस स्थान का नाम निर्मोह गढ़ रखिया, जो अज तक प्रसिद्ध है। टुट के पै जाओ, इस मते अनुसार पहाड़ी दल गुरु जी दे पिछे पिछे आ रहे सन। सिंह भी तैयार बर तैयार होके चले आ रहे सन। उन्होंने भी अगों डट के मुकाबला किया। कमसान मच गया, अनेका सूरमे धरती उत्ते लेट गए। जमीन लहू नाल रंगी गई। लड़ाई करदियां नूं जद संध्या हो गई, भावके शाम हो गई, तब पहाड़िए पीछे हट गए। ਤਾਂ ਸਿੰਘਾਂ ਨੇ ਆਪਣੇ ਸ਼ਹੀਦਾਂ ਦੀਆਂ ਲੋਥਾਂ ਸੰਭਾਲ ਕੇ ਪਹਾੜੀਆਂ ਦੇ ਸ਼ਾਸਤਰ ਤੇ ਹੋਰ ਅਨੇਕਾਂ ਚੀਜ਼ਾਂ ਲੁੱਟ ਕੇ ਗੁਰੂ ਜੀ ਦੇ ਪਾਸ ਨਿਰਮੋਹਗੜ੍ਹ ਪਹੁੰਚ ਗਏ। ਫਤਿਹ ਦੇ ਜਕਾਰੇ ਛੱਡ ਕੇ ਖੁਸ਼ੀਆਂ ਮਨਾਈਆਂ। ਅੰਮ੍ਰਿਤ ਵੇਲੇ खालसा दलों ने इस्नान आदि करके दीवान लगाया। बड़े प्रेम नाल आसा दी वार लाई। सतगुरु जी ने अपने आसन उत्ते एक ध्यान होके बैठे सन। जद दीवान सजदा, जद दीवान की समाप्ति हुंदी ਤਾਂ ਸਿੰਘਾਂ ने बहुत बेनती की, सच्चे पातशाह जी
आग्या दिओ तां पहाड़ियां नूं मार के मैदान विचों कढ आईए। सतगुरु जी ने कहा, तुसीं अजे युद्ध करके थके आए हो, अज दा दिन आराम करो, तुहाडे घोड़ियां दा अते तुहाडा थकेवा दूर हो जावेगा। तां फिर जंग दी तैयारी करनी। उधर भीम चंद ने जद दिन चढ़े अपने दल नूं बुरे हाल वेखिया तां बहुत चिंतावान होया। जो मरे सन उन्हां दियां लोथां नूं संभालिया गया, जो फट्टड़ होए उन्हां दी मल्लम पट्टी ना हो सकी। ਜਿਹੜੇ ਪਿੱਛੇ ਬਚੇ ਰਹੇ ਹਨ ਉਹ ਉਂਝ ਭੁੱਖੇ ਧਰੇ ਤੇ ਜੁਗ ਦੇ ਡਰ ਨਾਲ ਹੀ ਬਹੁਤ ਦੁਖੀ ਰਹੇ। ਇਹ ਜਿਉਂਦੇ ਜੀਵ ਵੀ ਮਰਿਆ ਦੇ ਬਰਾਬਰ ਹਨ। ਰਾਜਾ ਭੀਮ ਚੰਦ ਨੇ ਦਰਬਾਰ ਲਗਾ ਕੇ ਸਭ ਦੀ ਸੰਭਾਲ ਕਰਾਈ, ਧੀਰਜ ਦਿੱਤੀ ਕਿ ਕਈਆਂ ਨੂੰ ਇਨਾਮ ਵਜੋਂ ਧਨ ਵੀ ਦਿੱਤਾ। ਕਈਆਂ ਨੂੰ ਇਨਾਮ ਵਜੋਂ ਮਹਾਰਾਜ ਜੀ ਨੇ ਧਨ ਵੀ ਦਿੱਤਾ ਅਤੇ ਸਿਰਪਾਓ ਦਿੱਤੇ। ਫਿਰ ਭੀਮ ਚੰਦ ਨੇ ਸਭ ਨੂੰ ਸੁਣਾਇਆ ਕਿ ਜਿਹੜਾ ਮੰਤਰੀ ਅਸਾਂ ਔਰੰਗਜ਼ੇਬ ਪਾਸ ਦੱਖਣ ਆਪਣੀ ਸਹਾਇਤਾ ਲੈਣ ਵਾਸਤੇ ਭੇਜਿਆ ਸੀ, ਉਹਦਾ ਉੱਤਰ ਲਿਖਿਆ ਹੋਇਆ ਆ ਗਿਆ। ਇਸ ਹੁਕਮ ਅਨੁਸਾਰ ਸਰਹੰਦ ਦਾ ਸੂਬਾ ਸਾਡੀ ਸਹਾਇਤਾ ਵਾਸਤੇ ਆਣ ਕੇ ਗੁਰੂ ਜੀ ਤੇ ਧਾਵਾ ਕਰੇਗਾ। ਬਹਾਦਰ ਸ਼ਾਹ ਬਾਦਸ਼ਾਹ ਦਾ ਹੁਕਮ ਸੂਬੇ ਨੂੰ ਪਹੁੰਚ ਚੁੱਕਾ ਹੈ। ਔਰੰਗਜ਼ੇਬ ਨੇ ਸੂਬਾ ਸਰਹੰਦ ਨੂੰ ਹੁਕਮ ਕੀਤਾ, ਪਰ ਅਜੇ ਤੱਕ ਉਹ ਫੌਜ ਲੈ ਕੇ ਆਇਆ ਨਹੀਂ। ਅੱਜ ਅਸੀਂ ਆਪਣੀ ਇੱਕ ਹੋਰ ਆਦਮੀ ਸੂਬੇ ਸਰਹੰਦ ਪਾਸ ਭੇਜ ਕੇ ਉਸ ਨੂੰ ਚੜਾ ਕੇ ਲਿਆਉਂਦੇ ਹਾਂ, ਤੁਸੀਂ ਬਿਲਕੁਲ ਨਾ ਘਬਰਾਓ। ਭੀਮ ਚੰਦ ਦੀ ਇਹ ਗੱਲ ਸੁਣ ਕੇ ਭੂਪ ਚੰਦ ਨੇ ਕਿਹਾ, ਹਾਂਜੀ ਠੀਕ ਹੈ, ਬਾਦਸ਼ਾਹੀ ਫੌਜ ਤੋਂ ਬਿਨਾ ਗੁਰੂ ਸਾਡੇ ਪਾਸੋਂ ਹਾਰ ਨਹੀਂ ਖਾ ਸਕਦਾ। ਇਹ ਮੈਂ ਚੰਗੀ ਤਰ੍ਹਾਂ ਜਾਣ ਲਿਆ ਹੈ। ਜਦ ਤੱਕ ਸ਼ਾਹੀ ਸੈਨਾ ਸੂਬਾ ਸਰਹੰਦ ਵੱਲੋਂ ਨਾ ਆ ਜਾਵੇ ਤਦ ਤੱਕ ਤੁਸੀਂ ਪਹਿਲਾਂ ਜੰਗ ਨਾ ਛੇੜੋ। ਕੇਵਲ ਡੇਰਾ ਪਾ ਕੇ ਸਾਹਮਣੇ ਹੀ ਰਹੋ। ਕੱਲ ਹੀ ਸਾਡਾ ਬਹੁਤ ਨੁਕਸਾਨ ਹੋਇਆ ਹੈ। ਹਜ਼ਾਰਾਂ ਆਦਮੀ ਮਰ ਗਏ ਹਨ। ਹੁਣੇ ਗੁਰੂ ਨੂੰ ਪਹਿਲਾਂ ਛਿੜ ਕੇ ਸਾਨੂੰ ਹੋਰ ਫੌਜ ਨਹੀਂ ਮਰਵਾਉਣੀ ਚਾਹੀਦੀ। ਹੁਣ ਇੱਕ ਹੀ ਆਪਣਾ ਮੰਤਰੀ ਭੇਜ ਕੇ ਸਰਹੰਦ ਪਤਾ ਮੰਗਵਾਓ ਅਤੇ ਫੌਜ ਲਿਆ ਕੇ ਚੜਾ ਦੇਵੋ। ਇਹ ਮਤਾ ਕਰਕੇ ਪਹਾੜੀਆਂ ਨੇ ਆਪਣਾ ਮੰਤਰੀ ਤਤਕਾਲ ਹੀ ਸੂਬਾ ਸਰਹੰਦ ਪਾਸ ਭੇਜ ਦਿੱਤਾ ਅਤੇ ਆਪਣੇ ਡੇਰੇ ਦੀ ਤਕੜਾਈ ਵਾਸਤੇ ਸੂਰਮਿਆਂ ਦਾ ਤਕੜਾ ਪਹਿਰਾ ਲਾ ਦਿੱਤਾ। ਮਤਾ ਸਿੰਘ ਅਚਾਨਕੀ ਹਮਲਾ ਕਰ ਦੇਣ। ਉਧਰ ਗੁਰੂ ਜੀ ਦੇ ਦਲਾਂ ਨੇ ਵੀ ਆਪਣੀ ਤਕੜਾਈ ਕਰ ਲਈ। ਦੋਹਾਂ ਪਾਸਿਆਂ ਤੋਂ ਢੋਲ ਨਗਾਰੇ ਵਜਾ ਕੇ ਇੱਕ ਦੂਜੇ ਨੂੰ ਆਪਣੀ ਲੜਾਈ ਤੋਂ ਤਿਆਰ ਦੱਸਦੇ ਰਹੇ। ਪਹਾੜੀਆਂ ਨੇ ਗੁਰੂ ਜੀ ਉੱਤੇ ਗੋਲਾ ਮਾਰਨਾ। ਪਹਾੜੀਆਂ ਨੇ ਗੁਰੂ ਜੀ ਉੱਤੇ ਗੋਲਾ ਮਾਰਨਾ। ਇਸ਼ਨਾਨ ਪਾਣੀ ਕਰਕੇ ਗੁਰੂ ਜੀ ਟਿੱਬੇ ਉੱਤੇ ਇੱਕ ਸਾਇਬੀਨ
ਸਾਹਿਬਾਨ ਹੇਠਾਂ ਪਲੰਘ ਉੱਤੇ ਬੈਠੇ ਹੋਏ ਸਨ ਤੇ ਤਿਆਰ ਸਿੰਘ ਤਿਆਰ ਬਰ ਤਿਆਰ ਆਪ ਜੀ ਦੀ ਹਜ਼ੂਰੀ ਵਿੱਚ ਆਪ ਜੀ ਦੇ ਬਚਨ ਸੁਣ ਰਹੇ ਸਨ। ਪਹਾੜੀ ਰਾਜਿਆਂ ਦੇ ਇੱਕ ਪ੍ਰਸਿੱਧ ਮੁਸਲਮਾਨ ਤੋਬਤੀ ਨੇ ਜਦ ਦੂਰਬੀਨ ਨਾਲ ਆਪ ਜੀ ਨੂੰ ਇਸ ਤਰ੍ਹਾਂ ਬੈਠਾ ਵੇਖਿਆ ਤਾਂ ਉਸ ਨੇ ਆਖਿਆ, ਇਸ ਵੇਲੇ ਗੁਰੂ ਜੀ ਨੂੰ ਮਾਰਨਾ ਬਹੁਤ ਸੌਖਾ ਹੈ। ਜੇ ਤੁਸੀਂ ਆਖੋ ਤਾਂ ਉਸ ਨੂੰ ਪਲੰਘ ਸਮੇਤ ਤੋਪ ਦੇ ਗੋਲੇ ਨਾਲ ਉਡਾ ਦਿਆਂ। ਉਸ ਦੀ ਇਹ ਗੱਲ ਸੁਣ ਕੇ ਪਹਾੜੀ ਰਾਜੇ ਬਹੁਤ ਖੁਸ਼ ਹੋਏ ਕਿ ਇਹ ਤਾਂ ਕੰਮ ਸੌਖਾ ਹੀ ਹੈ, ਇਸ ਨਾਲ ਸਭ ਲੜਾਈ ਝਗੜੇ ਮੁੱਕ ਜਾਣਗੇ, ਗੁਰੂ ਤੋਂ ਬਿਨਾਂ ਹੋਰ ਕੋਈ ਲੜਨ ਜੋਗਾ ਨਹੀਂ ਹੈ। ਇਹ ਵਿਚਾਰ ਕੇ ਭੀਮ ਚੰਦ ਨੇ ਤੋਬਤੀ ਨੂੰ ਕਿਹਾ, ਜੇ ਤੂੰ ਇਉਂ ਗੁਰੂ ਨੂੰ ਮਾਰ ਦੇਵੇਂ ਤਾਂ ਮੈਂ ਤੈਨੂੰ 5000 ਰੁਪਈਆ ਤੇ ਇੱਕ ਪਿੰਡ ਇਨਾਮ ਵਜੋਂ ਦਿਆਂਗਾ। ਭੂਪ ਚੰਦ ਹੰਡੂਰੀਏ ਨੇ ਕਿਹਾ, ਜੇ ਗੁਰੂ ਮਾਰ ਦੇਵਾਂਗੇ ਤਾਂ ਤੈਨੂੰ ਕਿਸੇ ਗੱਲ ਦੀ ਕਮੀ ਨਹੀਂ ਰਹੇਗੀ। ਸਾਰੇ ਪਹਾੜੀ ਰਾਜੇ ਤੈਨੂੰ ਬਹੁਤ ਇਨਾਮ ਦੇਣਗੇ ਅਤੇ ਬਹੁਤ ਇਨਾਮ ਦੇਣਗੇ ਅਤੇ ਜਗਤ ਵਿੱਚ ਤੇਰੀ ਉਪਮਾ ਹੋਵੇਗੀ ਤੇ ਤੇਰਾ ਜਸ ਫੈਲੇਗਾ। ਭੂਪ ਚੰਦ ਤੋਬਤੀ ਨੂੰ ਕਿਹਾ ਕਿ ਹੁਣ ਤਾਂ ਸਵੇਰ ਹੋ ਗਈ ਹੈ, ਸੰਧਿਆ ਦਾ ਸਮਾਂ ਹੈ, ਤੂੰ ਤੋਪ ਨੂੰ ਲਿਆ ਕੇ ਆਪਣੇ ਨਿਸ਼ਾਨੇਬਾਜ਼ ਤੇ ਪੱਕੀ ਥਾਂ ਖੜੀ ਕਰ ਲੈ। ਕੱਲ ਫੇਰ ਇਸੇ ਵੇਲੇ ਜਦ ਗੁਰੂ ਊਂ ਹੀ ਦੀਵਾਨ ਲਗਾ ਕੇ ਉੱਚੀ ਥਾਂ ਪਲੰਘ ਉੱਤੇ ਬੈਠਣਗੇ ਤਾਂ ਉਸ ਵੇਲੇ ਅਚਾਨਕ ਹੀ ਤੋਪ ਦਾ ਗੋਲਾ ਛੱਡ ਕੇ ਗੁਰੂ ਨੂੰ ਉਡਾ ਦੇਵੀ। ਇਸ ਤਰ੍ਹਾਂ ਸਾਨੂੰ ਫਤਿਹ ਸੌਖੀ ਪ੍ਰਾਪਤ ਹੋਵੇਗੀ। ਦੂਸਰੇ ਦਿਨ ਅੰਮ੍ਰਿਤ ਵੇਲੇ ਗੁਰੂ ਜੀ ਦਾ ਦੀਵਾਨ ਸਜਿਆ। ਆਸਾ ਦੀ ਵਾਰ ਦਾ ਭੋਗ ਪਿਆ ਤੇ ਕੜਾ ਪ੍ਰਸਾਦ ਵਰਤਾਇਆ ਗਿਆ। ਸਿੰਘ ਬੈਰੀ ਦਲਾਂ ਉੱਤੇ ਚੜ੍ਹਨ ਵਾਸਤੇ ਤਿਆਰ ਹੋ ਗਏ, ਪਰ ਗੁਰੂ ਜੀ ਨੇ ਇਹ ਆਖ ਕੇ ਮਨਾ ਕਰ ਦਿੱਤਾ ਕਿ ਖਾਲਸਾ ਜੀ ਧੀਰਜ ਰੱਖੋ, ਬੈਰੀਆਂ ਨੂੰ ਹੌਲੀ ਹੌਲੀ ਮਾਰਨਾ ਠੀਕ ਹੈ, ਤੁਸੀਂ ਆਪਣੇ ਟਿਕਾਣਿਆਂ ਉੱਤੇ ਟਿਕੇ ਰਹੋ। ਜਦ ਤੀਸਰੇ ਪਹਿਰ ਦਾ ਦੀਵਾਨ ਸਜਿਆ ਤਾਂ ਇੱਕ ਆਪਣੇ ਸੂਏ ਨੇ ਬੈਰੀ ਦਲ ਵੱਲੋਂ ਆਣ ਕੇ ਖਬਰ ਦਿੱਤੀ ਕਿ ਪਹਾੜੀਆਂ ਦੇ ਇੱਕ ਤੋਬਤੀ ਨੇ 5000 ਰੁਪਈਆ ਲੈਣਾ ਕਰਕੇ ਤੁਹਾਨੂੰ ਗੋਲਾ ਮਾਰਨ ਵਾਸਤੇ ਤੋਪ ਤਿਆਰ ਕਰ ਰੱਖੀ ਹੈ। ਤੁਸੀਂ ਉਸ ਤੋਂ ਬਚਾਅ ਕਰ ਲਵੋ। ਸਤਿਗੁਰੂ ਜੀ ਨੇ ਫਰਮਾਇਆ, ਹੁਣ ਸਾਡਾ ਇੱਥੋਂ ਜਾਣਾ ਠੀਕ ਨਹੀਂ ਹੈ। ਦੁਸ਼ਮਣ ਨਾਲ ਲੜਾਈ ਕਰਕੇ ਦਿਨ ਰਾਤ ਰਹਿੰਦੀ ਹੈ, ਕਿੱਥੇ ਕਿੱਥੇ ਲੁਕੇ ਰਹੀਏ। ਤੁਸੀਂ ਕਰਤਾਰ ਦੇ ਰੰਗ ਵੇਖੋ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਤੁਸੀਂ ਕਰਤਾਰ ਦੇ ਰੰਗ ਵੇਖੋ। ਇੰਨੇ ਚਿਰ ਨੂੰ ਤੋਪ ਦਾ ਗੋਲਾ ਆਣ ਕੇ ਗੁਰੂ ਜੀ ਦੇ ਚੌਰ ਬਰਦਾਰ ਨੂੰ ਲੱਗਾ। ਉਹ ਵਿਚਾਰਾ ਸ਼ਹੀਦ ਹੋ ਗਿਆ ਅਤੇ ਗੁਰੂ ਜੀ ਬਾਲ-ਬਾਲ ਬਚ ਗਏ। ਇਸ ਦੇ ਉੱਤਰ ਵਿੱਚ ਗੁਰੂ ਜੀ ਨੇ ਆਪਣੇ ਧੁਨਖ ਬਾਣ ਨਾਲ ਇਹਦੇ ਉੱਤਰ ਵਿੱਚ ਗੁਰੂ ਜੀ ਨੇ ਆਪਣਾ ਧੁਨਖ ਬਾਣ ਲੈ ਕੇ ਇੱਕ ਤੀਰ ਤੋਬਤੀ ਨੂੰ ਮਾਰਿਆ, ਜਿਹੜਾ ਦੂਸਰੀ ਵਾਰ ਗੁਰੂ ਜੀ ਦੇ ਉੱਤੇ ਗੋਲਾ ਚਲਾਉਣ ਲਈ ਸਹਿਤ ਹੀ
ਬਿੰਨ ਰਿਹਾ ਸੀ। ਗੁਰੂ ਜੀ ਦੇ ਸੱਪ ਵਾਂਗੂ ਸੂਕਦੇ ਹੋਏ ਤੀਰ ਉਸ ਨੂੰ ਮੱਥੇ ਵਿੱਚ ਜਾ ਕੇ ਵੱਜਿਆ। ਉੱਥੇ ਹੀ ਟੈ ਢੇਰੀ ਕਰ ਦਿੱਤਾ। ਤੋਬਤੀ ਨੂੰ ਮਰਿਆ ਵੇਖ ਕੇ ਉਹਦਾ ਭਾਈ ਗੁਰੂ ਜੀ ਉੱਤੇ ਵਾਰ ਕਰਨ ਵਾਸਤੇ ਤੋਪ ਤਿਆਰ ਕਰਨ ਲੱਗਾ। ਗੁਰੂ ਜੀ ਨੇ ਉਸ ਨੂੰ ਵੀ ਦੂਸਰਾ ਤੀਰ ਮਾਰ ਕੇ ਜਮਾਂ ਦੇ ਘਰ ਭੇਜ ਦਿੱਤਾ। ਜਦ ਦੋਵੇਂ ਇਸ ਤਰ੍ਹਾਂ ਮਰ ਗਏ ਤਾਂ ਪਹਾੜੀਏ ਉਹ ਥਾਂ ਛੱਡ ਕੇ ਡਰਦੇ ਮਾਰੇ ਉਧਰ ਦੌੜ ਕੇ ਖੜੇ ਹੋ ਗਏ। ਤਾਂ ਗੁਰਮੁਖ ਪਿਆਰਿਓ, ਰਾਜਾ ਭੀਮ ਚੰਦ ਆਦਿਕ ਰਾਜੇ ਇਹ ਵੇਖ ਕੇ ਗੁਰੂ ਜੀ ਨੇ ਇੱਕ ਕੋਹ ਦੀ ਬਿੱਥ ਤੋਂ ਤੀਰ ਦਾ ਨਿਸ਼ਾਨਾ ਬਿੰਨ ਕੇ ਦੋਵੇਂ ਤੁਬਚੀ ਮਾਰ ਦਿੱਤੇ। ਬੜੇ ਹੈਰਾਨ ਤੇ ਭੈ ਭੀਤ ਹੋ ਗਏ। ਇਹਨਾਂ ਦੋਹਾਂ ਮੁਸਲਮਾਨਾਂ ਤੁਬਚੀਆਂ ਦੀਆਂ ਉੱਥੇ ਕਬਰਾਂ ਬਣੀਆਂ ਹੋਈਆਂ ਹਨ ਅਤੇ ਉਸ ਜਗ੍ਹਾ ਦਾ ਨਾਮ ਸਿਆਹੀ ਟਿੱਬੀ ਹੈ। ਸਤਿਗੁਰੂ ਜੀ ਦੇ ਆਪਣੇ ਚੌਰਬਰਦਾਰ ਸਿੱਖ ਦਾ ਸੰਸਕਾਰ ਦੀ ਜਗ੍ਹਾ ਅਜੇ ਤੱਕ ਵੀ ਕਾਇਮ ਹੈ। ਵਜ਼ੀਰ ਖਾਨ ਸੂਬਾ ਸਰਹੰਦ ਨੇ ਫੌਜ ਲੈ ਕੇ ਆਉਣਾ। ਇੱਕ ਪਾਸੇ ਗੁਰੂ ਜੀ ਨਰਮੋਗੜ੍ਹ ਬੈਠੇ ਹੀ ਆਪਣਾ ਰੋਜ਼ ਦਾ ਨਿਤਨੇਮ ਜੈਸਾ ਕਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ, 2 ਵੇਲੇ ਦੇ ਦੀਵਾਨ ਅਤੇ ਸੰਗਤਾਂ ਨੂੰ ਦਰਸ਼ਨ ਪਰਸਨ ਅਤੇ ਹੋਰ ਇਤਿਆਦਿਕ ਯੋਧਿਆਂ ਦੀ ਦੇਖਭਾਲ ਤੇ ਪਹਾੜੀ ਰਾਜਿਆਂ ਤੋਂ ਬਚ ਬਚਾਓ ਦਾ ਸਾਧਨ ਕਰ ਰਹੇ ਸਨ। ਦੂਸਰੇ ਪਾਸੇ ਰਾਜੇ ਸਿੰਘਾਂ ਤੋਂ ਮਾਰ ਖਾ ਕੇ ਉਹ ਆਪਣੇ ਤੁਬਚੀ ਮਰਵਾ ਕੇ ਸੂਬਾ ਸਰਹੰਦ ਦੀ ਫੌਜੀ ਸਹਾਇਤਾ ਉੱਤੇ ਆਸ ਲਾਈ ਬੈਠੇ ਸਨ। ਇੱਕ ਦਿਨ ਇਸ ਤਰ੍ਹਾਂ ਹੀ ਨਰਮੋਗੜ੍ਹ ਦੇ ਆਸ-ਪਾਸ ਬੈਠਿਆਂ ਬੀਤ ਗਏ। ਪਹਾੜੀਆਂ ਦੇ ਭੇਜੇ ਹੋਏ ਮੰਤਰੀ ਸੂਬਾ ਸਰਹੰਦ ਪਾਸ ਪਹੁੰਚ ਗਏ। ਰਾਜਿਆਂ ਵੱਲੋਂ ਕਿ ਹੁਣ ਤੁਹਾਡਾ ਕੰਮ ਬਹੁਤ ਸੁਖਾਲਾ ਹੋ ਗਿਆ ਹੈ। ਗੁਰੂ ਜੀ ਨੂੰ ਅਸਾਂ ਅਨੰਦਪੁਰ ਤੋਂ ਕੱਢ ਦਿੱਤਾ ਹੈ ਅਤੇ ਹੁਣ ਉਹ ਮੈਦਾਨ ਵਿੱਚ ਇੱਕ ਟਿੱਬੇ ਉੱਤੇ ਡੇਰਾ ਲਾਈ ਬੈਠਾ ਹੈ। ਸਾਡੀਆਂ ਫੌਜਾਂ ਨੇ ਉਸ ਨੂੰ ਘੇਰਾ ਪਾਇਆ ਹੋਇਆ ਹੈ। ਉਸ ਪਾਸ ਕੋਈ ਕਿਲਾ, ਕੋਟ ਜਾਂ ਮੋਰਚਾ ਨਹੀਂ ਹੈ। ਬਸ ਤੁਹਾਡੇ ਜਾਣ ਦੀ ਹੀ ਦੇਰ ਹੈ। ਹੁਣ ਤੁਹਾਡੀ ਜਿੱਤ ਹੈ। ਇੱਕ ਪਾਸੇ ਸਾਡੀਆਂ ਫੌਜਾਂ ਹਨ, ਦੂਜੇ ਪਾਸੇ ਤੁਸੀਂ ਗੁਰੂ ਨੂੰ ਘੇਰੇ ਵਿੱਚ ਲੈ ਕੇ ਕਟਾਬੱਡੀ ਕਰ ਦਿਓ। ਸੂਬਾ ਸਰਹੰਦ ਨੇ ਬਾਦਸ਼ਾਹ ਦਾ ਹੁਕਮ ਵੀ ਪਹਾੜੀ ਰਾਜਿਆਂ ਦੀ ਸਹਾਇਤਾ ਕਰਨ ਵਾਸਤੇ ਪਹੁੰਚ ਚੁੱਕੇ। ਜਦ ਉਸਨੇ ਇਹ ਸੁਣਿਆ ਕਿ ਗੁਰੂ ਜੀ ਰੜੇ ਮੈਦਾਨ ਵਿੱਚ ਬੈਠੇ ਹੋਏ ਹਨ ਤਾਂ ਉਸਨੇ ਖੁਸ਼ੀ ਨਾਲ ਆਪਣੀ ਸਾਰੀ ਫੌਜ ਤਿਆਰ ਕਰਕੇ ਚੜ੍ਹਾਈ ਕਰ ਦਿੱਤੀ। ਭੀਮ ਚੰਦ ਜਦ ਮੰਤਰੀ ਨੇ ਆਪਸ ਵਿੱਚ ਆਣ ਕੇ ਦੱਸਿਆ ਕਿ ਸੂਬਾ ਫੌਜ ਲੈ ਕੇ ਆ ਰਿਹਾ ਹੈ, ਉਸਨੇ ਮੰਤਰੀ ਨੂੰ 100 ਸਵਾਰ ਦੇ ਕੇ ਵਜ਼ੀਰ ਖਾਨ ਨੂੰ ਅੱਗੋਂ ਲੈਣ ਵਾਸਤੇ ਰੋਪੜ ਭੇਜ ਦਿੱਤਾ। ਇੱਧਰ ਗੁਰੂ ਜੀ ਨੂੰ ਵੀ ਜਦ ਸੂਏ ਨੇ ਆਣ ਕੇ ਦੱਸ ਦਿੱਤਾ ਕਿ ਸਰਹੰਦ ਦਾ ਸੂਬਾ ਆਪਣੀ ਫੌਜ ਲੈ ਕੇ ਰਾਜਿਆਂ ਦੇ ਸੱਦੇ ਉੱਤੇ ਆ ਰਿਹਾ ਹੈ, ਤਾਂ ਆਪ ਜੀ ਨੇ
ਵੀ ਸਿੰਘਾਂ ਨੂੰ ਸ਼ਸਤਰ ਧਾਰੀ ਕਰਕੇ ਦੁਸ਼ਮਣ ਦੇ ਟਾਕਰੇ ਵਾਸਤੇ ਸੁਚੇਤ ਕਰ ਦਿੱਤਾ। ਸਤਿਗੁਰੂ ਜੀ ਨੇ ਸਿੰਘਾਂ ਨੂੰ ਆਖਿਆ, ਮੈਂ ਤੁਹਾਡੇ ਦੋਹਾਂ ਜਹਾਨਾਂ ਦਾ ਬਾਲੀ ਹਾਂ। ਤਕੜੇ ਹੋ ਕੇ ਬੈਰੀ ਨੂੰ ਮਾਰੋ, ਜਿਉਂਦੇ ਜੀ ਜਿਉਂਦੇ ਰਹੋਗੇ ਤਾਂ ਰਾਜ ਭੋਗੋਗੇ। ਜੇ ਸ਼ਹੀਦ ਹੋ ਜਾਓਗੇ ਤਾਂ ਪਰਮ ਪਦਵੀ ਪਾਓਗੇ। ਜਿਨ੍ਹਾਂ ਸਿੰਘਾਂ ਨੇ ਮੋਰਚੇ ਬੰਦੀ ਕੀਤੀ ਹੋਈ ਸੀ, ਉਹਨਾਂ ਨੂੰ ਗੁਰੂ ਜੀ ਨੇ ਕਿਹਾ, ਤੁਸਾਂ ਅੱਗੇ ਨਹੀਂ ਜਾਣਾ, ਇੱਥੋਂ ਤੱਕ ਹੀ ਟਿਕ ਕੇ ਬੰਦੂਕਾਂ ਚਲਾਉਣੀਆਂ, ਤੁਹਾਡੇ ਅੱਗੇ ਦੁਸ਼ਮਣ ਟਿਕ ਨਹੀਂ ਸਕੇਗਾ। ਜੋ ਦੁਸ਼ਮਣ ਆਪਣੇ ਹੱਲੇ ਕਰਕੇ ਅੱਗੇ ਆਵੇ ਤਾਂ ਤੋਪਾਂ ਦੀ ਮਾਰ ਕਰਨੀ। ਸਿੰਘ ਭਿਆਨਕ ਯੁੱਧ ਕਰਨ ਲਈ ਮੋਰਚੇ ਪੱਕੇ ਕਰਕੇ ਬੈਠੇ ਰਹੇ ਸਨ। ਉਹਨਾਂ ਨੂੰ ਇੱਕ ਪਾਸਿਓਂ ਵਜ਼ੀਰ ਖਾਂ ਦੀ ਫੌਜ ਨੇ ਅਤੇ ਦੂਜੇ ਪਾਸੇ ਤੋਂ ਪਹਾੜੀਆਂ ਨੇ ਘੇਰਾ ਪਾ ਲਿਆ। ਤੜਾ ਤੜ ਬੰਦੂਕਾਂ ਦੀ ਬਾਸੜ ਛੱਡ ਕੇ ਦੁਸ਼ਮਣ ਦੀ ਘੋੜਿਆਂ ਅਤੇ ਸਵਾਰਾਂ ਨੂੰ ਧੜਾ ਧੜ ਪ੍ਰਿਥਵੀ ਤੇ ਸੁੱਟਣ ਲੱਗੇ। ਦੁਸ਼ਮਣ ਦਾ ਦਲ ਵੀ ਕੁਝ ਘੱਟ ਨਹੀਂ ਸੀ ਕਰ ਰਿਹਾ। ਉਹ ਵੀ ਸਿੰਘਾਂ ਉੱਤੇ ਹੱਲਾ ਕਰ ਬੋਲ ਕੇ ਬਾਹਰ ਕਰ ਰਿਹਾ ਸੀ। ਇਸ ਘੋਰ ਸੰਗਰਾਮ ਸਮੇਂ ਗੁਰੂ ਜੀ ਨੇ ਵੀ ਆਪਣੇ ਅਮੋਘ ਬਾਣ ਬੈਰੀਆਂ ਦਲਾਂ ਉੱਤੇ ਚਲਾਏ, ਜਿਨ੍ਹਾਂ ਨਾਲ ਬੈਰੀ ਧੜਾ ਧੜ ਧਰਤੀ ਦੇ ਉੱਤੇ ਡਿੱਗ ਕੇ ਤੜਪ ਰਹੇ ਸਨ। ਦੁਸ਼ਮਣਾਂ ਦਾ ਹੱਲੇ ਉੱਤੇ ਹੱਲਾ ਵੇਖ ਕੇ ਸਾਹਿਬ ਅਜੀਤ ਸਿੰਘ ਨੇ ਆਪਣੇ ਕਠੋਰ ਧੁਨਕ ਵਿੱਚੋਂ ਬੈਰੀਆਂ ਉੱਤੇ ਤੀਰ ਚਲਾਏ, ਜਿਨ੍ਹਾਂ ਨਾਲ ਹੱਲਾ ਕਰਕੇ ਆ ਰਹੇ ਬੈਰੀ ਪਿੱਛੇ ਹਟ ਗਏ ਅਤੇ ਅਨੇਕਾਂ ਮੌਤ ਦੇ ਘਾਟ ਉਤਾਰੇ ਗਏ। ਉਧਰ ਵਜ਼ੀਰ ਖਾਂ ਆਪਣੇ ਯੋਧਿਆਂ ਨੂੰ ਹੱਲਾਸ਼ੇਰੀ ਦੇ ਕੇ ਆਖ ਰਿਹਾ ਸੀ ਕਿ ਜੋ ਮਰ ਗਏ ਸੋ ਮਰ ਗਏ, ਤੁਸੀਂ ਤਕੜੇ ਹੋ ਕੇ ਅੱਗੇ ਵੱਧ ਕੇ ਗੁਰੂ ਜੀ ਨੂੰ ਫੜ ਲਵੋ। ਜੇ ਉਹ ਬੈਠਾ ਤਾਂ ਫਿਰ ਕਾਬੂ ਨਹੀਂ ਆਏਗਾ। ਕਿਰਪਾਨਾਂ ਤੇ ਨੇਜਿਆਂ ਨਾਲ ਹਮਲਾ ਕਰਕੇ ਇੱਕੋ ਵਾਰ ਪੈ ਜਾਓ, ਸਿੰਘਾਂ ਨੂੰ ਮਾਰ ਲਵੋਗੇ ਤਾਂ ਫਿਰ ਗੁਰੂ ਇਕੱਲਾ ਹੀ ਕੀ ਕਰ ਸਕੇਗਾ। ਡਰੋ ਨਹੀਂ, ਤਕੜੇ ਹੋ ਕੇ ਹੱਲਾ ਬੋਲਦੇ ਹੋ। ਵਜ਼ੀਰ ਖਾਂ ਤੋਂ ਇਹ ਲਲਕਾਰ ਸੁਣ ਕੇ ਉਹਦੇ ਯੋਧੇ ਮਾਰੋ ਮਾਰ ਕਰਕੇ ਸਿੰਘਾਂ ਉੱਤੇ ਪੈ ਗਏ। ਜਦ ਗੁਰੂ ਜੀ ਨੇ ਵੇਖਿਆ ਕਿ ਬੈਰੀਆਂ ਦਾ ਜ਼ੋਰ ਖਾਲਸੇ ਉੱਤੇ ਪੈ ਗਿਆ ਹੈ, ਤਾਂ ਆਪ ਜੀ ਨੇ ਸੈਂਕੜੇ ਤੀਰ ਚਲਾ ਕੇ ਅੱਗੇ ਵਧ ਰਹੇ ਬੈਰੀਆਂ ਦੇ ਦੰਦ ਖੱਟੇ ਕਰ ਦਿੱਤੇ। ਸੈਂਕੜੇ ਲੋਥਾਂ ਨਾਲ ਮੈਦਾਨ ਭਰ ਗਿਆ, ਧਰਤੀ ਲਹੂ ਲਹਾਨ ਹੋ ਗਈ। ਆਪ ਜੀ ਨੇ ਕ੍ਰੋਧ ਦੇ ਨਾਲ ਬਹੁਤ ਸਾਰੇ ਤੀਰ ਮਾਰ ਕੇ ਬੈਰੀਆਂ ਦੇ ਸੱਥਰ ਲਾ ਦਿੱਤੇ। ਇਸ ਨਾਲ ਖਾਲਸੇ ਵਿੱਚ ਠੱਲ ਪੈ ਗਈ। ਸਭ ਯੋਧੇ ਪੈਰ ਜਮਾ ਕੇ ਖੜੇ ਹੋ ਗਏ ਅਤੇ ਦੁਸ਼ਮਣ ਦੇ ਨਾਲ ਜੰਗ ਕਰਦੇ ਰਹੇ। ਪਹਾੜੀਏ ਖਾਲਸੇ ਹੱਥੋਂ ਮਾਰ ਖਾ ਕੇ ਸੁੱਧ ਬੁੱਧ ਭੁੱਲ ਗਏ। ਇਸ ਤਰ੍ਹਾਂ ਘੋਰ ਦਾ ਯੁੱਧ 1.5 ਪਹਿਰ ਤੱਕ ਹੁੰਦਾ ਰਿਹਾ। ਸੂਰਜ ਅਸਤ ਹੋ ਗਿਆ ਤਾਂ ਹਨੇਰਾ ਛਾ ਗਿਆ। ਦੋਹਾਂ ਪਾਸਿਆਂ ਦੇ ਸੂਰਮੇ ਥੱਕ ਕੇ ਆਪੋ ਆਪਣੇ ਪਾਸਿਆਂ ਨੂੰ ਪਿੱਛੇ ਹਟ ਗਏ। ਵਜ਼ੀਰ ਖਾਂ ਦਾ ਆਪਣੇ ਮਰੇ ਪਏ ਸੂਰਮਿਆਂ ਨੂੰ ਵੇਖ ਕੇ ਅਫਸੋਸ ਕਰਨਾ।
अपने सूरमिਆਂ ਦੀ ਲੋਥ ਤੇ ਲੋਥ ਵੇਖ ਕੇ ਵਜ਼ੀਰ ਖਾਨ ਸੋਚਦਾ ਹੈ ਕਿ ਮੇਰੇ ਲਲਕਾਰ ਉੱਤੇ ਕੀ ਬੀਤਿਆ ਹੈ। ਕੁਝ ਸਮਝ ਨਹੀਂ ਆਉਂਦੀ। ਥੋੜੇ ਜਿਹੇ ਸਿੰਘ ਹਨ, ਉਹ ਵੀ ਸਾਤੋਂ ਆਕੀ ਹੋਏ ਬੈਠੇ ਹਨ। ਉਹਨਾਂ ਪਾਸ ਨਾ ਕੋਈ ਕਿਲਾ ਹੈ, ਨਾ ਕੋਈ ਕੋਟ ਹੈ। ਮੈਦਾਨ ਵਿੱਚ ਹੀ ਮੋਰਚੇ ਲਾ ਕੇ ਸਾਡੇ ਹਜ਼ਾਰਾਂ ਯੋਧੇ ਮਾਰ ਦਿੱਤੇ। ਇਸ ਤਰ੍ਹਾਂ ਬੈਠਾ ਝੁਰ ਰਿਹਾ ਸੀ ਕਿ ਭੀਮ ਚੰਦ ਉਸ ਪਾਸ ਚਲਿਆ ਗਿਆ। ਵਜ਼ੀਰ ਖਾਨ ਨੇ ਕਿਹਾ, ਤੁਹਾਡਾ ਆਦਮੀ ਜੰਗ ਵਿੱਚ ਕੋਈ ਸ਼ਾਮਲ ਨਹੀਂ ਹੋਇਆ। ਮੈਂ ਹੀ ਆਪਣੀ ਸਾਰੀ ਫੌਜ ਢੋਈ ਸੀ, ਇਸ ਕਰਕੇ ਮੇਰੇ ਹਜ਼ਾਰਾਂ ਸੂਰਮੇ ਘੋੜੇ ਮਰ ਗਏ ਹਨ। ਭੂਪ ਚੰਦ ਹੰਡੂਰੀਏ ਨੇ ਕਿਹਾ, ਖਾਨ ਜੀ, ਪਰਸੋਂ ਸਾਰੇ ਇਕੱਠੇ ਹੋ ਕੇ ਡਟ ਕੇ ਲੜਾਈ ਕਰਾਂਗੇ। ਗੁਰੂ ਜੀ ਨੂੰ ਫੜ ਲਵਾਂਗੇ ਜਾਂ ਮੈਦਾਨ ਵਿੱਚੋਂ ਭਜਾ ਦੇਵਾਂਗੇ। ਤੁਸੀਂ ਕੋਈ ਫਿਕਰ ਨਾ ਕਰੋ। ਵਜੀਦੇ ਨੇ ਪੁੱਛਿਆ ਕਿ ਤੁਹਾਡਾ ਗੁਰੂ ਨਾਲ ਵੈਰ ਕਿਸ ਤਰ੍ਹਾਂ ਪੈ ਗਿਆ ਹੈ। ਵਜੀਦੇ ਨੇ ਪੁੱਛਿਆ ਕਿ ਤੁਹਾਡਾ ਗੁਰੂ ਦੇ ਨਾਲ ਵੈਰ ਕਿਵੇਂ ਪੈ ਗਿਆ। ਭੀਮ ਚੰਦ ਨੇ ਕਿਹਾ, ਖਾਨ ਜੀ, ਗੁਰੂ ਦੀ ਗੱਲ ਤੁਹਾਨੂੰ ਕੀ ਦੱਸੀ। ਅਸੀਂ ਸਾਰੇ ਰਾਜੇ ਇੱਕ ਵਾਰ ਗੁਰੂ ਨੂੰ ਮਿਲਣ ਗਏ ਸਾਂ। ਉਹਨਾਂ ਨੇ ਸਾਨੂੰ ਕਿਹਾ, ਤੁਸੀਂ ਸਾਰੇ ਮੇਰੀ ਖੰਡੇ ਵਾਟੇ ਦੀ ਪੌਲ ਲੈ ਕੇ ਕੇਸ ਅਤੇ ਕਸਹਿਰਾ ਧਾਰਨ ਕਰਕੇ ਸਿੱਖ ਬਣ ਜਾਓ। ਜਦ ਹਿੰਦੂ ਧਰਮ ਦੀ ਖਾਤਰ ਮੇਰੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦਿੱਲੀ ਸੱਦ ਕੇ ਬਾਦਸ਼ਾਹ ਔਰੰਗਜ਼ੇਬ ਨਾਕ ਕਤਲ ਕਰ ਦਿੱਤਾ ਹੈ, ਮੈਂ ਉਸ ਤੋਂ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੁੰਦਾ ਹਾਂ। ਇਸ ਵਾਸਤੇ ਅਸੀਂ ਸਾਰੇ ਇਕੱਠੇ ਹੋ ਕੇ ਦਿੱਲੀ ਉੱਤੇ ਹਮਲਾ ਕਰਕੇ ਦਿੱਲੀ ਨੂੰ ਬਰਬਾਦ ਕਰ ਦਈਏ ਅਤੇ ਫਿਰ ਲਾਹੌਰ ਲੈ ਕੇ ਸਾਰੇ ਦੇਸ਼ ਦੇ ਰਾਜ ਤੁਹਾਨੂੰ ਦਵਾਂਗੇ। ਜਦ ਇਸ ਤਰ੍ਹਾਂ ਬਹੁਤ ਗੱਲਾਂ ਗੁਰੂ ਜੀ ਨੇ ਹਜ਼ਰਤ ਬਾਦਸ਼ਾਹ ਦੇ ਵਿਰੁੱਧ ਕੀਤੀਆਂ ਤਾਂ ਸਾਡੇ ਪਾਸੋਂ ਸੁਣੀਆਂ ਨਹੀਂ ਗਈਆਂ। ਦੇਖੋ ਗੱਲ ਕੀ ਸੀ ਵੀ ਕਿੱਥੋਂ ਗੱਲ ਵਿਗੜੀ। ਗੁਰੂ ਜੀ ਦੇ ਨਾਲ ਆਪਣੀਆਂ ਗਲਤੀਆਂ ਤੇ ਪਰਦਾ ਪਾ ਕੇ ਉਲਟਾ ਉਹਨੂੰ ਵਜੀਦੇ ਨੂੰ ਭੜਕਾ ਰਿਹਾ ਕਿ ਗੁਰੂ ਜੀ ਨੇ ਸਾਨੂੰ ਕਿਹਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਔਰੰਗਜ਼ੇਬ ਤੇ ਹਮਲਾ ਕਰ ਦਿਆਂਗੇ। ਜਦ ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਗੁਰੂ ਜੀ ਨੇ ਹਜ਼ਰਤ ਬਾਦਸ਼ਾਹ ਦੇ ਵਿਰੁੱਧ ਕੀਤੀਆਂ ਤਾਂ ਸਾਡੇ ਪਾਸੋਂ ਕਹਿੰਦਾ ਸੁਣੀਆਂ ਨਹੀਂ ਗਈਆਂ। ਅਸੀਂ ਸਦਾ ਹੀ ਹਜ਼ਰਤ ਦੇ ਖੈਰ ਖਵਾ ਰਹੇ ਹਾਂ। ਅਸੀਂ ਉਸ ਗੁਰੂ ਦੀ ਸਲਾਹ ਕਿਸ ਤਰ੍ਹਾਂ ਮੰਨ ਸਕਦੇ ਸਾਂ। ਉਹ ਸਾਨੂੰ ਬਹੁਤ ਆਖ ਰਿਹਾ ਸੀ ਕਿ ਪਰ ਅਸਾਂ ਉਹਨਾਂ ਦੀ ਕੋਈ ਗੱਲ ਨਾ ਮੰਨੀ ਅਤੇ ਉੱਠ ਕੇ ਆਪਣੇ ਰਾਜਧਾਨੀਆਂ ਨੂੰ ਚਲੇ ਆਏ। ਬਸ ਗੁਰੂ ਨਾਲ ਸਾਡੀ ਇਹੀ ਲੜਾਈ ਦਾ ਇਹੀ ਕਾਰਨ ਹੈ, ਹੋਰ ਕੋਈ ਝਗੜਾ ਨਹੀਂ ਹੈ। ਹੁਣ ਤੁਸੀਂ ਜਿਸ ਤਰ੍ਹਾਂ ਆਖੋ ਅਸੀਂ ਕਰਨ ਨੂੰ ਤਿਆਰ ਹਾਂ। ਸਾਨੂੰ ਸਦਾ ਹੀ ਬਾਦਸ਼ਾਹੀ ਦੇ ਗੁਲਾਮ ਸਮਝੋ। ਪਰਸੋਂ ਸਾਰੇ ਮਿਲ ਕੇ ਚੌਹਾਂ ਪਾਸਿਆਂ ਤੋਂ ਗੁਰੂ ਉੱਤੇ ਹਮਲਾ ਕਰਕੇ ਉਸ ਨੂੰ ਫੜ ਕੇ ਬਾਦਸ਼ਾਹ ਦੇ ਹਾਜ਼ਰ ਕਰਕੇ ਜਸ ਪ੍ਰਾਪਤ ਕਰਾਂਗੇ। ਔਰੰਗਜ਼ੇਬ ਤੋਂ ਜਸ ਪ੍ਰਾਪਤ ਕਰਾਂਗੇ, ਇਨਾਮ ਲਵਾਂਗੇ। ਇਸ ਤਰ੍ਹਾਂ ਦੀ ਸਲਾਹ ਕਰਕੇ ਪਹਾੜੀ ਰਾਜੇ ਆਪੋ ਆਪਣੇ ਡੇਰਿਆਂ ਨੂੰ ਚਲੇ ਗਏ। ਬਸਾਲੀ ਦੇ ਰਾਜੇ ਨੇ ਗੁਰੂ ਜੀ ਨੂੰ ਬਸਾਲੀ ਲੈ ਜਾਣਾ।
ਵਾਸਤੇ ਬੇਨਤੀ ਕਰਨਾ। ਦੂਜੇ ਦਿਨ ਸਤਲੁਜ ਦਰਿਆ ਤੋਂ ਪਾਰ ਬਸਾਲੀ ਨਗਰ ਦੇ ਰਾਜੇ ਨੇ ਸੁਣਿਆ ਕਿ ਭੀਮ ਚੰਦ ਆਦਿ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਬਹੁਤ ਬੈਰ ਵਧਾਇਆ ਹੋਇਆ ਹੈ। ਪਹਿਲਾਂ ਝਗੜਾ ਕਰਕੇ ਕੇਸਰੀ ਚੰਦ ਜਮਤੂਲਾ ਭਾਊ ਤੇ ਹਜ਼ਾਰਾਂ ਯੋਧਿਆਂ ਨੂੰ ਮਰਵਾ ਦਿੱਤਾ। ਫਿਰ ਜਦ ਮੂਰਖਾਂ ਦਾ ਹੋਰ ਕੋਈ ਬਸ ਨਾ ਚੱਲਿਆ ਤਾਂ ਛੇਤੀ ਸਤਰੀ ਧਰਮ ਨੂੰ ਤਿਆਗ ਕੇ ਕੈਰਾ ਵਾਂਗੂ ਆਟੇ ਦੀ ਗਊ ਦੀ ਸਹੁੰ ਖਾ ਕੇ ਗੁਰੂ ਜੀ ਤੋਂ ਆਨੰਦਪੁਰ ਸਾਹਿਬ ਖਾਲੀ ਕਰਵਾ ਲਿਆ। ਅਤੇ ਫਿਰ ਇਸ ਮੂਰਖ ਨੇ ਤੁਰਕਾਂ ਦੀ ਫੌਜ ਨੂੰ ਮਰਵਾ ਕੇ ਗੁਰੂ ਜੀ ਨੂੰ ਮੈਦਾਨ ਵਿੱਚ ਬੈਠੇ ਘੇਰਾ ਪਾ ਲਿਆ। ਆਪਣੇ ਮੰਤਰੀ ਨਾਲ ਇਹ ਗੱਲਾਂ ਕਰਕੇ ਰਾਏ ਬਸਾਲੀ ਨੇ ਗੁਰੂ ਜੀ ਨੂੰ ਆਖਿਆ ਕਿ ਤਿਆਰੀ ਕਰੋ, ਅਸੀਂ ਗੁਰੂ ਜੀ ਨੂੰ ਆਪਣੇ ਨਗਰ ਵਿੱਚ ਲੈ ਆਈਏ। ਗੁਰੂ ਜੀ ਕਰਾਮਾਤ ਦੇ ਮਾਲਕ ਹਨ। ਇਹਨਾਂ ਨਾਲ ਬੈਰ ਕਰਨ ਨਾਲ ਇੰਜ ਰਾਜਿਆਂ ਨੂੰ ਸੁੱਖ ਨਹੀਂ ਹੋਵੇਗਾ, ਅੰਤ ਨੂੰ ਦੁੱਖ ਪਾ ਕੇ ਨਰਕਾਂ ਵਿੱਚ ਪੈਣਗੇ। ਇਸ ਤਰ੍ਹਾਂ ਸਲਾਹ ਕਰਕੇ ਰਾਏ ਬਸਾਲੀ ਆਪਣੀ ਸੈਨਾ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਜਾ ਮਿਲਿਆ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, ਮੈਂ ਤੁਹਾਡਾ ਸੇਵਕ ਹਾਂ, ਆਪ ਮੇਰੇ ਨਾਲ ਚੱਲ ਕੇ ਮੇਰੇ ਨਗਰ ਨੂੰ ਪਵਿੱਤਰ ਕਰੋ ਅਤੇ ਆਨੰਦ ਨਾਲ ਉੱਥੇ ਨਿਵਾਸ ਧਾਰਨ ਕਰੋ। ਭੀਮ ਚੰਦ ਆਦਿਕ ਰਾਜਿਆਂ ਦੇ ਮੂੰਹ ਤੇ ਜੋ ਕਲੰਕ ਦਾ ਟਿੱਕਾ ਲੱਗਾ ਹੈ, ਉਹ ਗੰਗਾ ਜਮਨਾ ਆਦਿਕ ਸਾਰੇ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਵੀ ਇਹਨਾਂ ਦਾ ਦੂਰ ਨਹੀਂ ਹੋਵੇਗਾ। ਰਾਏ ਬਸਾਲੀ ਦੀ ਇਹ ਸਰਦਾ ਪੂਰਵਕ ਬੇਨਤੀ ਸੁਣ ਕੇ ਗੁਰੂ ਜੀ ਨੇ ਉਹਦੇ ਨਾਲ ਉਹਦੀ ਨਿਰਭੈਤਾ ਦਾ ਪ੍ਰਸ਼ੰਸਾ ਕੀਤਾ ਅਤੇ ਉਸ ਨੂੰ ਆਖਿਆ ਕਿ ਤੂੰ ਆਪਣੇ ਨਗਰ ਨੂੰ ਚੱਲ, ਅਸੀਂ ਤੇਰੇ ਪਿੱਛੇ ਪਿੱਛੇ ਆਉਂਦੇ ਹਾਂ। ਰਾਜੇ ਦੇ ਨਾਲ ਸਤਿਗੁਰੂ ਜੀ ਨੇ ਆਪਣਾ ਪਰਿਵਾਰ ਤੇ ਹੋਰ ਲੋਕ ਜਿਹੜੇ ਲੜਾਈ ਕਰਨ ਜੋਗੇ ਨਹੀਂ ਸਨ, ਬਸਾਲੀ ਨੂੰ ਭੇਜ ਦਿੱਤੇ। ਗੁਰੂ ਜੀ ਨੇ ਬਸਾਲੀ ਨੂੰ ਤੁਰਨ ਤੇ ਜੰਗ ਹੋਣਾ। ਜਦ ਗੁਰੂ ਜੀ ਇਹ ਸਾਰਾ ਵਹੀਰ ਰਾਏ ਬਸਾਲੀ ਦੇ ਨਾਲ ਦਲ ਤੋਰਿਆ ਦਰਿਆ ਤੋਂ ਪਾਰ ਹੋ ਕੇ, ਤਾਂ ਸਤਿਗੁਰੂ ਜੀ ਨੇ ਰਣਜੀਤ ਨਗਾਰਾ ਵਜਵਾ ਦਿੱਤਾ। ਸਾਰਾ ਖਾਲਸਾ ਤਿਆਰ ਹੋ ਗਿਆ। ਸਤਿਗੁਰੂ ਜੀ ਨੇ ਇੱਕ ਖੱਚਰ ਉੱਤੇ ਆਪਣੇ ਤੀਰ ਲੱਦ ਲਏ ਅਤੇ ਸਿੰਘਾਂ ਨੇ ਆਪਣੇ ਬੰਦੂਕਾਂ ਸੰਭਾਲ ਲਈਆਂ ਤੇ ਉਦੇ ਸਿੰਘ, ਆਲਮ ਸਿੰਘ, ਦਿਆ ਸਿੰਘ ਤੇ ਮੋਹਕਮ ਸਿੰਘ ਆਦਿ ਸੂਰਮੇ, ਸਾਹਿਬ ਅਜੀਤ ਸਿੰਘ ਜੀ, ਭਾਈ ਸਾਹਿਬ ਚੰਦ ਨਾਲ 1000 ਅਸਵਾਰ ਦਾ ਦਸਤਾ ਤਿਆਰ ਕਰਕੇ ਗੁਰੂ ਜੀ ਨੇ ਫਰਮਾਇਆ, ਅਜੀਤ ਸਿੰਘ ਸਾਡੇ ਅੱਗੇ ਅਤੇ ਸਾਹਿਬ ਚੰਦ ਸਾਡੇ ਪਿੱਛੇ ਰਹੇ ਅਤੇ ਹੋਰ ਸਾਰੇ ਯੋਧੇ ਸਾਡੇ ਨਾਲ ਹੋ ਕੇ ਹੌਲੀ ਹੌਲੀ ਬਸਾਲੀ ਵੱਲ ਤੁਰ ਚੱਲੋ। ਜਦ ਕਿਸੇ ਪਾਸਿਓਂ ਅੱਗੋਂ ਜਾਂ ਪਿੱਛੋਂ ਬੈਰੀ ਹਮਲਾ ਕਰੇ ਤਾਂ ਉਹਦਾ ਡਟ ਕੇ ਮੁਕਾਬਲਾ ਕਰਕੇ ਉਸ ਨੂੰ ਮਾਰ ਦਿਓ। ਇਸ ਤਰ੍ਹਾਂ ਜਦ ਵਜੀਦੇ ਤੇ ਪਹਾੜੀਆਂ ਨੇ ਵੇਖਿਆ ਕਿ ਗੁਰੂ ਜੀ ਕੂਚ ਕਰ ਰਹੇ ਹਨ, ਤਾਂ ਦੋਹਾਂ ਪਾਸਿਆਂ ਤੋਂ ਉਹਨਾਂ ਦੇ ਦਲ ਉਮੜਕੇ ਪੈ ਗਏ। ਯੁੱਧ ਦੇ ਢੋਲ ਨਗਾਰੇ, ਨਫਰੀਆਂ ਤੇ ਯੋਧਿਆਂ ਦੀਆਂ ਮਾਰ ਲੋ ਦੀਆਂ ਆਵਾਜ਼ਾਂ, ਸਤਰ ਕੜਾ ਕੜ ਘੋੜਿਆਂ ਦੀ
ਹਿਣਤਾ ਤੇ ਰਣ ਭੂਮੀ ਤੋਂ ਉੱਡ ਰਹੀ ਧੂੜ ਨਾਲ ਸੁਣਨਾ ਤੇ ਵੇਖਣਾ ਬਿਲਕੁਲ ਬੰਦ ਹੋ ਗਿਆ। ਬੜੀ ਘਮਸਾਨ ਦੀ ਜੰਗ ਵਿੱਚ ਦੋਹਾਂ ਪਾਸਿਆਂ ਕਟਾਬੱਡੀ ਹੋਣ ਲੱਗੀ। ਅੱਗੇ ਸਾਹਿਬ ਅਜੀਤ ਸਿੰਘ ਜੀ ਆਪਣੇ ਯੋਧਿਆਂ ਸਹਿਤ ਦੁਸ਼ਮਣਾਂ ਦਾ ਟਾਕਰਾ ਕਰਕੇ ਲਾਹੂ ਲਾ ਰਹੇ ਸਨ ਅਤੇ ਸੱਜੇ ਤੇ ਖੱਬੇ ਸਤਿਗੁਰੂ ਜੀ ਆਪ ਤੀਰਾਂ ਦੀ ਵਰਖਾ ਕਰਕੇ ਦੁਸ਼ਮਣਾਂ ਨੂੰ ਪ੍ਰਿਥਵੀ ਤੇ ਲਟਾਈ ਜਾ ਰਹੇ ਸਨ। ਗੁਰੂ ਜੀ ਸਿੰਘਾਂ ਦਾ ਇਸ ਤਰ੍ਹਾਂ ਭਿਆਨਕ ਜੰਗ ਹੁੰਦਾ ਵੇਖ ਕੇ ਸੂਬਾ ਵਜ਼ੀਰ ਖਾਂ ਬੜਾ ਹੈਰਾਨ ਹੋਇਆ ਕਿ ਮੈਂ ਅਜੇ ਜੰਗ ਪਹਿਲਾਂ ਕਦੇ ਨਹੀਂ ਸੀ ਵੇਖਿਆ। ਸੂਬਾ ਸਰਹੰਦ ਕਹਿੰਦਾ ਇਹੋ ਜਿਹਾ ਜੰਗ ਮੈਂ ਪਹਿਲਾਂ ਕਦੇ ਨਹੀਂ ਸੀ ਵੇਖਿਆ। ਉਸਨੇ ਇਸ ਤਰ੍ਹਾਂ ਝੁਰਦੇ ਹੋਏ ਆਪਣੇ ਲਸ਼ਕਰ ਨੂੰ ਲਲਕਾਰਿਆ। ਤਕੜੇ ਹੋ ਕੇ ਲੜੋ ਮਰੋ। ਉਧਰ ਭੀਮ ਚੰਦ ਨੇ ਵੀ ਵਜ਼ੀਰ ਖਾਂ ਤੋਂ ਡਰਦੇ ਨੇ ਆਪਣੀ ਫੌਜ ਨੂੰ ਪ੍ਰੇਰਿਆ ਕਿ ਇੱਕ ਮੁੱਠ ਹੋ ਕੇ ਹੱਲਾ ਕਰਕੇ ਸਿੰਘਾਂ ਉੱਤੇ ਪੈ ਜਾਓ। ਭੀਮ ਚੰਦ ਹੰਡੂਰੀਆ ਵੀ ਬੜੇ ਕ੍ਰੋਧ ਨਾਲ ਆਪਣੇ ਯੋਧੇ ਲੈ ਕੇ ਅੱਗੇ ਹੋਇਆ, ਪਰ ਸਿੰਘਾਂ ਵੱਲੋਂ ਗੋਲੀਆਂ ਤੇ ਤੀਰਾਂ ਦੀ ਮਾਰ ਪੈਂਦੀ ਵੇਖ ਕੇ ਕਈਆਂ ਨੇ ਨੇੜੇ ਜਾਣ ਦਾ ਹੌਸਲਾ ਨਾ ਕੀਤਾ ਅਤੇ ਆਪਣੀ ਥਾਂ ਉੱਤੇ ਖੜੇ ਹੋਏ ਹੀ ਰੌਲਾ ਪਾਈ ਜਾਂਦੇ। ਇਸ ਰੌਲੇ ਰੱਪੇ ਤੇ ਹਲਾਹੂਲ ਵਿੱਚ ਗੁਰੂ ਜੀ ਆਪਣੇ ਦਲ ਨੂੰ ਲੈ ਕੇ ਹੌਲੀ ਹੌਲੀ ਬਸਾਲੀ ਨਗਰ ਵੱਲ ਤੁਰ ਪਏ। ਇਸ ਸਮੇਂ 4 ਸਪੇਰੇ ਦੁਸ਼ਮਣ ਰੌਲਾ ਤੇ ਬਹੁਤ ਪੈ ਰਿਹਾ ਸੀ, ਪਰ ਸਿੰਘਾਂ ਦੇ ਨੇੜੇ ਕੋਈ ਨਹੀਂ ਸੀ ਆਉਂਦਾ। ਗੁਰੂ ਜੀ ਇਸ ਰੌਲੇ ਗੌਲੇ ਵਿੱਚ ਹੀ ਸਤਲੁਜ ਦਰਿਆ ਦੇ ਕੰਢੇ ਉੱਤੇ ਪਹੁੰਚ ਗਏ। ਭੂਪ ਚੰਦ ਹੰਡੂਰੀਏ ਨੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਬੇਨਤੀ ਕੀਤੀ ਕਿ ਹੁਣ ਇੱਥੇ ਅਸਾਂ ਗੁਰੂ ਜੀ ਨੂੰ ਘੇਰੇ ਵਿੱਚ ਲਿਆ ਹੋਇਆ ਹੈ, ਇਸ ਨੂੰ ਇੱਥੇ ਹੀ ਲਸ਼ਕਰ ਦਾ ਜ਼ੋਰ ਪਾ ਕੇ ਫੜ ਲਵੋ। ਹਜ਼ੂਰ ਅਲੀ, ਜੇ ਇਹ ਕਿਸੇ ਥਾਂ ਪਹੁੰਚ ਕੇ ਆਕੀ ਹੋ ਗਏ ਤਾਂ ਫਿਰ ਇਹ ਵੇਲਾ ਹੱਥ ਨਹੀਂ ਆਵੇਗਾ। ਹੁਣ ਹੀ ਸਾਰਾ ਜ਼ੋਰ ਲਾ ਕੇ ਜਾਂ ਇਸ ਨੂੰ ਜਿਉਂਦਾ ਫੜ ਲਵੋ ਜਾਂ ਫਿਰ ਮਾਰ ਦਿਓ। ਬਾਦਸ਼ਾਹ ਦਾ ਵੀ ਇਹੀ ਹੁਕਮ ਹੈ ਕਿ ਰਾਜੇ ਦੀ ਇਹ ਗੱਲ ਸੁਣ ਕੇ ਵਜ਼ੀਰ ਖਾਂ ਆਪਣਾ ਸਾਰਾ ਲਸ਼ਕਰ ਆਪਣੇ ਨਾਲ ਲੈ ਕੇ ਤੁਰਿਆ ਅਤੇ ਪਹਾੜੀ ਰਾਜੇ ਵੀ ਰੰਗੜਾ ਤੇ ਗੁੱਜਰਾਂ ਸਹਿਤ ਆਪਣੀ ਸੈਨਾ ਲੈ ਕੇ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਪਹੁੰਚ ਗਏ। ਗੁਰੂ ਜੀ ਦਾ ਯੋਧਾ ਸੈਨਾਪਤੀ ਸਾਹਿਬ ਚੰਦ, ਜੋ 1000 ਯੋਧਿਆਂ ਸਹਿਤ ਗੁਰੂ ਜੀ ਦੇ ਪਿੱਛੇ ਆ ਰਿਹਾ ਸੀ, ਉਸਨੇ ਅੱਗੇ ਵੱਧ ਕੇ ਆ ਰਹੇ ਦੁਸ਼ਮਣਾਂ ਨੂੰ ਰੋਕਿਆ। ਸਾਹਿਬ ਚੰਦ ਦੁਸ਼ਮਣ ਦਲਾਂ ਨਾਲ ਬੜੀ ਤਿੱਖੀ ਲੜਾਈ ਹੋਈ, ਜਿਸ ਵਿੱਚ ਕਈਆਂ ਨੂੰ ਸਦਾ ਦੀ ਨੀਂਦ ਸਵਾ ਕੇ ਆਪ ਸ਼ਹੀਦ ਹੋ ਕੇ ਪਰਮ ਗਤੀ ਨੂੰ ਪ੍ਰਾਪਤ ਕਰ ਗਿਆ। ਸਤਿਗੁਰੂ ਜੀ ਨੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਧੱਕੇ ਵਿੱਚ ਹੀ ਵੀਰ ਸਾਹਿਬ ਚੰਦ ਦੀ ਲੋਥ ਚੁੱਕ ਕੇ ਲੈ ਆਂਦੀ। ਇਤਨੇ ਸਮੇਂ ਸੂਰਜ ਅਸਤ ਹੋ ਗਿਆ। ਗੁਰੂ ਜੀ ਨੇ ਆਖਿਆ, ਸਾਹਿਬਜ਼ਾਦਾ ਅਜੀਤ ਸਿੰਘ ਇੱਕ ਰਥ ਦੇ ਨਾਲ ਸਭ ਸਮਾਨ ਲੈ ਕੇ ਨਦੀ ਤੋਂ ਪਾਰ ਹੋ ਜਾਣ। ਬਾਕੀ ਸਿੰਘ ਬੈਰੀ ਦਲਾਂ ਨੂੰ ਤਕੜੇ ਹੋ ਕੇ
ਅੱਗੇ ਵਧਣ ਤੋਂ ਰੋਕੀ ਰੱਖਣ। ਨਦੀ ਤੋਂ ਪਾਰ ਹੋ ਜਾਣ ਅਤੇ ਬਾਕੀ ਸਿੰਘ ਬੈਰੀ ਦਲ ਨੂੰ ਤਕੜੇ ਹੋ ਕੇ ਅੱਗੇ ਵਧਣ ਤੋਂ ਰੋਕੀ ਰੱਖਣ। ਜਦ ਸਿੰਘ ਨਦੀ ਤੋਂ ਪਾਰ ਹੋਣ ਲੱਗੇ ਤਾਂ ਵਜ਼ੀਰ ਖਾਂ ਤੇ ਪਹਾੜੀਆਂ ਨੇ ਅੱਗੇ ਵੱਧ ਕੇ ਉਹਨਾਂ ਸਿੰਘਾਂ ਨਦੀ ਤੋਂ ਪਾਰ ਹੋਣ ਲੱਗੇ ਤਾਂ ਵਜ਼ੀਰ ਖਾਂ ਪਹਾੜੀ ਨੇ ਅੱਗੇ ਹੋ ਕੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ। ਦੋਹਾਂ ਪਾਸਿਆਂ ਤੋਂ ਬੜੀ ਕਟਾਵੱਢੀ ਹੋਈ। ਗੁਰੂ ਜੀ ਨੇ ਆਪਣੇ ਭਿਅੰਕਰ ਤਿੱਖੇ ਤੀਰ ਨਾਲ ਦੁਸ਼ਮਣ ਸੈਨਾ ਨੂੰ ਭਜਾ ਦਿੱਤਾ, ਭਾਜੜ ਪਾ ਦਿੱਤੀ, ਜੋ ਮੁਰਦਿਆਂ ਦੀਆਂ ਬਹੁਤ ਲੋਥਾਂ ਛੱਡ ਕੇ ਭੱਜ ਗਏ। ਸਤਿਗੁਰੂ ਜੀ ਇਸ ਤਰ੍ਹਾਂ ਜਦ ਘੋਰ ਯੁੱਧ ਕਰਦੇ ਹੋਏ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਨਦੀ ਤੋਂ ਪਾਰ ਹੋ ਗਏ ਤਾਂ ਰਾਜਾ ਭੀਮ ਚੰਦ ਆਦਿਕ ਸਾਰੇ ਰਾਜੇ ਇਕੱਠੇ ਹੋ ਕੇ ਵਜ਼ੀਰ ਖਾਨ ਪਾਸ ਜਾ ਕੇ ਕਹਿਣ ਲੱਗੇ ਕਿ ਖਾਂ ਜੀ, ਹੁਣ ਗੁਰੂ ਜੀ ਨਦੀ ਤੋਂ ਪਾਰ ਹੋ ਗਏ ਆ, ਉਹਨਾਂ ਦਾ ਪਿੱਛਾ ਕਰਕੇ ਆਪਣੀ ਫੌਜ ਤੁਸੀਂ ਗੁਰੂ ਜੀ ਤੋਂ ਹਾਰ ਕਿਉਂ ਖਾ ਜਾਂਦੇ ਹੋ? ਹੁਣ ਤੁਸੀਂ ਆਪ ਹੀ ਵੇਖ ਲਿਆ ਹੈ ਕਿ ਗੁਰੂ ਬੜਾ ਭਾਰੀ ਸੂਰਮਾ ਹੈ, ਉਸ ਅੱਗੇ ਸਾਡੀ ਕਿਸੇ ਦੀ ਪੇਸ ਨਹੀਂ ਜਾਂਦੀ। ਹੁਣ ਗੁਰੂ ਜੀ ਸਾਡੇ ਰਾਜ ਵਿੱਚੋਂ ਨਿਕਲ ਗਏ ਹਨ, ਤੁਸੀਂ ਆਪਣੇ ਮਰੇ ਹੋਏ ਯੋਧਿਆਂ ਦੀਆਂ ਲੋਥਾਂ ਦੀ ਸੰਭਾਲ ਕਰਾਓ। ਵਜ਼ੀਰ ਖਾਂ ਸੂਬਾ ਸਰਹੰਦ ਵਜ਼ੀਰ ਖਾਂ ਬੜਾ ਹੈਰਾਨ ਹੋ ਕੇ ਬੋਲਿਆ ਕਿ ਗੁਰੂ ਜੀ ਅਚਰਜੀ ਖੇਡ ਕਰ ਗਿਆ ਹੈ। ਪਾਣੀ ਦੇ ਪ੍ਰਵਾਹ ਵਾਂਗੂ ਕਿਸੇ ਪਾਸੋਂ ਰੁਕਿਆ ਨਹੀਂ ਰੁਕਿਆ। ਸਾਨੂੰ ਹਾਰ ਦੇ ਕੇ ਜੋਰਾ ਜੋਰੀ ਨਦੀ ਤੋਂ ਪਾਰ ਹੋ ਗਿਆ ਹੈ। ਉਹ ਪਛਤਾਉਂਦੇ ਬੈਰੀ ਦਲ ਦਰਿਆ ਤੋਂ ਦੂਰ ਪਿੱਛੇ ਹਟ ਕੇ ਡੇਰਾ ਕਰਕੇ ਬੈਠ ਗਏ। ਭੀਮ ਚੰਦ ਸ਼ਰਮਿੰਦੇ ਹੋਏ ਨੇ ਵਜ਼ੀਰ ਖਾਨ ਨੂੰ ਇੱਕ ਹਾਥੀ ਤੇ ਹੋਰ ਬਹੁਤ ਅਜੀਬ ਚੀਜ਼ਾਂ ਅਤੇ ਧਨ ਦੇ ਕੇ ਹੱਥ ਜੋੜ ਕੇ ਧੰਨਵਾਦ ਕੀਤਾ ਤੇ ਕਿਹਾ ਕਿ ਤੁਸੀਂ ਸਾਨੂੰ ਰੱਖ ਲਿਆ ਹੈ, ਨਹੀਂ ਤਾਂ ਗੁਰੂ ਨੇ ਸਾਨੂੰ ਦੇਸ਼ ਵਿੱਚੋਂ ਬਾਹਰ ਕੱਢ ਦੇਣਾ ਸੀ। ਹੁਣ ਸਾਡਾ ਬਸਣਾ ਸੌਖਾ ਹੋ ਜਾਏਗਾ, ਕਿਉਂਕਿ ਗੁਰੂ ਨੂੰ ਤੁਸੀਂ ਸਾਡੇ ਦੇਸ਼ ਤੋਂ ਬਾਹਰ ਕੱਢ ਦਿੱਤਾ। ਇਸ ਤਰ੍ਹਾਂ ਤਰਲੇ ਮਿੰਨਤਾਂ ਤੇ ਕੁਸਾਮਦ ਨਾਲ ਰਿਸ਼ਵਤ ਲੈ ਕੇ ਉਹਨਾਂ ਨੂੰ ਸਰਹੰਦ ਵੱਲ ਨੂੰ ਤੋਰ ਦਿੱਤਾ ਅਤੇ ਆਪਣੇ ਘਰਾਂ ਨੂੰ ਰੋਂਦੇ ਹੋਏ ਚਲੇ ਗਏ। ਗੁਰੂ ਜੀ ਨੂੰ ਬਸਾਲੀ ਰਾਏ ਨੇ ਆਪਣੇ ਮਹਿਲਾਂ ਵਿੱਚ ਨਿਵਾਸ ਕਰਾਉਣਾ। ਸਤਿਗੁਰੂ ਜੀ ਨੇ ਰਾਏ ਬਸਾਲੀ ਨੇ ਆਪਣੇ ਮਹਿਲ ਵਿੱਚ ਨਿਵਾਸ ਕਰਾ ਕੇ ਸਿੰਘਾਂ ਨੂੰ ਬਾਹਰ ਡੇਰਾ ਲਵਾ ਦਿੱਤਾ ਅਤੇ ਉਹਨਾਂ ਦੀ ਹਰ ਪ੍ਰਕਾਰ ਦੀ ਰਸਤ ਬਾਤ ਤੇ ਪ੍ਰਬੰਧ ਕਰ ਦਿੱਤਾ। ਸਤਿਗੁਰੂ ਜੀ ਦਾ 2 ਵੇਲੇ ਦੀਵਾਨ ਲੱਗਦਾ, ਕੀਰਤਨ ਹੁੰਦਾ ਤੇ ਕੜਾ ਪ੍ਰਸਾਦ ਦੇ ਦੇਗੇ ਨਿੱਤਾ ਪ੍ਰਤੀ ਦੂਣ ਸਵਾਏ ਵਰਤਦੇ ਗਏ। ਬਸਾਲੀ ਆਪ ਜੀ ਦੀ ਸੇਵਾ ਵਿੱਚ ਮਨ ਤਨ ਧਨ ਦੇ ਨਾਲ ਬੜੇ ਪ੍ਰੇਮ ਤੇ ਸਰਧਾ ਨਾਲ ਸੇਵਾ ਕਰਦਾ ਅਤੇ 2 ਵੇਲੇ ਹੀ ਆਪ ਜੀ ਦੇ ਸੱਜੇ ਹੋਏ ਦੀਵਾਨ ਵਿੱਚ ਹਾਜ਼ਰੀ ਭਰਦਾ। ਰਾਜਾ ਭੀਮ ਚੰਦ ਦੀਆਂ ਅਣਖੀਣ ਕੀਤੀਆਂ ਹੋਈਆਂ ਗੱਲਾਂ ਕਰਕੇ ਰਾਈ ਬਸਾਲੀ ਉਸ ਨੂੰ ਫਟਕਾਰਾਂ ਪਾਉਂਦਾ ਅਤੇ ਅਪਜਸ ਕਰਦਾ। ਗੁਰੂ ਜੀ ਉਸ ਦੀਆਂ ਗੱਲਾਂ ਸੁਣ ਕੇ ਹੱਸ ਕੇ ਕਹਿੰਦੇ ਕਿ ਇਹਨਾਂ ਮੰਦ ਭਾਗੀਆਂ ਨੇ ਕੁਝ
ਲਾਭ ਪ੍ਰਾਪਤ ਨਹੀਂ ਕੀਤਾ। ਅਸਾਂ ਪੰਥ ਖਾਲਸਾ ਪੈਦਾ ਕੀਤਾ ਹੈ, ਜਿਹਦਾ ਰਾਜ ਤੇਜ ਸਦਾ ਹੀ ਵੱਧਦਾ ਰਹੇਗਾ। ਇਹ ਪਹਾੜੀ ਰਾਜੇ ਦੁਖੀ ਹੋ ਕੇ ਮੇਰੇ ਖਾਲਸੇ ਦੀ ਸ਼ਰਨ ਆਉਣਗੇ। ਗੁਰੂ ਜੀ ਪਾਸੋਂ ਇਹ ਬਚਨ ਸੁਣ ਕੇ ਰਾਏ ਬਸਾਲੀ ਮਨ ਵਿੱਚ ਬਹੁਤ ਪ੍ਰਸੰਨ ਖੁਸ਼ ਹੋਇਆ ਤੇ ਆਪ ਜੀ ਨੂੰ ਨਮਸਕਾਰ ਕਰਕੇ ਆਪਣੇ ਰਣ ਵਾਸ ਨੂੰ ਚਲਿਆ ਗਿਆ। ਆਓ ਅੱਗੇ ਪ੍ਰਸੰਗ ਆਵੇਗਾ। ਗੁਰੂ ਜੀ ਨੇ ਸ਼ਿਕਾਰ ਖੇਡਣ ਜਾਣਾ ਤੇ ਰਾਜੇ ਭੀਮ ਚੰਦ ਦੀ ਫੌਜ ਨਾਲ ਫਿਰ ਟੱਕਰ ਹੋ ਗਈ। ਇਹ ਇਤਿਹਾਸ ਸੁਣਿਓ ਕੱਲ ਨੂੰ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਨਿਕਾਹ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਤੇ ਸਿਰ ਤੇ ਮੇਰਾ ਪ੍ਰਯਾਸ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਸ਼ਲੋਕ ਦੇ ਵਿੱਚ ਬੋਲ ਕੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਅਰਦਾਸ ਹੁਕਮਨਾਮਾ ਸਾਹਿਬ ਕੜਾਹ ਪ੍ਰਸਾਦੀਆਂ ਦੇ ਗੱਲ ਲੈ ਕੇ ਫਿਰ ਆਪੋ ਆਪਣੇ ਘਰੋਂ ਵਿਹਾਰ ਕਰਨੇ ਆ ਜੀ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰਾ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰਾ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।